ਮਾਹੇ ਗੁਰੂ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਟਿ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਕੋਟ ਪਰਾਧ ਹਮਾਰੇ ਖੰਡੋ ਅਨਿਕ ਵਿਧि ਸਮਝਾਵੋ ਹਮ ਗਿਆਨ ਅਲਪ ਮਤ ਥੋਰੀ ਤੁਮ ਆਪਨ ਵਿਰਦ ਰਖਾਓ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰਾਖੋ ਰਾਖਣਹਾਰ ਦਇਆਲਾ ਨਾਨਕ ਕਰ ਕੇ ਗੋਲੇ ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਇਸ ਸੰਸਾਰਕ ਪਦਾਰਥਵਾਦੀ ਮਾਹੌਲ ਵਿੱਚੋਂ ਸਤ ਸੰਗਤ ਦੀਆਂ ਅਮੋਲਕ ਘੜੀਆਂ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਦਇਆ ਸਿੰਧ ਕਿਰਪਾ ਨਿਧ ਸਤਿਗੁਰੂ ਧੰਨ ਧੰਨ ਸਤਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਚਰਨ ਛੋਹ ਪ੍ਰਾਪਤ ਇਸ ਪਾਵਨ ਪਵਿੱਤਰ ਅਸਥਾਨ ਤੇ ਸਾਲਾਨਾ ਜੋੜ ਮੇਲਾ ਗੁਰਮਤਿ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਆਪ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਇਸ ਪਾਵਨ ਪਵਿੱਤਰ ਸਥਾਨ ਤੇ ਆਮਦ ਦੀ ਖੁਸ਼ੀ ਦੇ ਅੰਦਰ ਇਹ ਹਰ ਸਾਲ ਸਾਲਾਨਾ ਗੁਰਮਤਿ ਸਮਾਗਮ ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਨਾਲ ਸਜਦੇ ਹਨ। ਜ਼ਿੰਦਗੀ ਵਿੱਚ ਇੱਕ ਵਾਰ ਫਿਰ ਆਪਾਂ ਸਾਰਿਆਂ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਕਿ ਆਪਾਂ ਇਸ ਪਾਵਨ ਸਥਾਨ ਤੇ ਤਨ ਮਨ ਕਰਕੇ ਹਾਜ਼ਰੀ ਭਰ ਕੇ ਸੇਵਾ ਕਰਕੇ ਲਾਹਾ ਪ੍ਰਾਪਤ ਕਰ ਸਕੀਏ। ਇਸ ਲਈ ਅਕਾਲ ਪੁਰਖ ਵਾਹਿਗੁਰੂ ਜੀ ਦਾ
ਔਰ ਧੰਨ ਧੰਨ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀਆਂ ਦਾ ਸ਼ੁਕਰਾਨਾ ਕਰੀਏ, ਕਿਉਂਕਿ ਸਾਧ ਸੰਗਤ ਬਹੁਤ ਭਿਆਨਕ ਦੌਰ ਵਿੱਚੋਂ ਸੰਸਾਰ ਲੰਘਿਆ ਹੈ ਔਰ ਅਜੇ ਵੀ ਪੂਰੇ ਵਿਸ਼ਵ ਦੇ ਅੰਦਰ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਇਸ ਲਈ ਹਰ ਸਿੱਖ ਦਾ ਇਹ ਫਰਜ਼ ਬਣਦਾ ਹੈ ਉਹ ਆਪਣੇ ਸਤਿਗੁਰ ਜੀ ਦਾ ਸ਼ੁਕਰਾਨਾ ਕਰੇ। ਜਿਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਆਪਾਂ ਲੰਘੇ ਹਾਂ, ਆਪਾਂ ਨੂੰ ਹਰ ਪਲ ਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ। ਬਹੁਤ ਹੀ ਪਿਆਰ ਦੇ ਨਾਲ ਆਪ ਜੀਆਂ ਨੇ ਕੀਰਤਨ ਸਰਵਣ ਕੀਤਾ ਹੈ। ਆਓ ਕੁਝ ਕੁ ਮਿੰਟਾਂ ਵਾਸਤੇ ਆਪੋ ਆਪਣੀ ਸੁਰਤੀ ਬਿਰਤੀ ਇਕਾਗਰ ਕਰੋ, ਗੁਰਮਤਿ ਵਿਚਾਰਾਂ ਨਾਲ ਸਾਂਝ ਬਣਾਈਏ। ਇੱਕ ਵਾਰ ਸਾਰੀ ਸੰਗਤ ਹਾਜ਼ਰੀ ਲਵਾਓ, ਆਸੀਸ ਬਖਸ਼ੋ। ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖਿਆ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਵਾਹਿਗੁਰੂ ਕਹਿੰਦਿਆਂ ਮੁਖ ਪਵਿੱਤਰ, ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ। ਜਿਹੜੇ ਸਵਾਸ ਨਾਲ ਆਪਾਂ ਵਾਹਿਗੁਰੂ ਕਹਿੰਦੇ ਉਹ ਸਵਾਸ ਸਫਲ। ਔਰ ਸਾਧ ਸੰਗਤ ਜਿਹੜੇ ਮੁਖ ਤੋਂ ਵਾਹਿਗੁਰੂ ਉਚਾਰਨ ਹੁੰਦਾ ਹੈ ਉਹ ਮੁਖ ਵੀ ਉਜਲਾ, ਉਹ ਰਸਨਾ ਵੀ ਪਵਿੱਤਰ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਸਾਧ ਸੰਗਤ ਆਪਾਂ ਸ਼ੁਕਰਾਨਾ ਪਤਾ ਕਿਉਂ ਕਰਨਾ ਹੈ? ਆਪਾਂ ਨੂੰ ਜ਼ਿੰਦਗੀ ਵਿੱਚ ਇਹ ਦੁਬਾਰਾ ਮੌਕਾ ਮਿਲਿਆ। ਜਿਸ ਤਰ੍ਹਾਂ ਦੇ ਹਾਲਾਤ ਲੰਘੇ ਹਨ ਤੁਸੀਂ ਭਲੀ ਭਾਂਤ ਜਾਣੂ ਹੋ। ਤਿੰਨ ਚੀਜ਼ਾਂ ਉੱਤੇ ਹਰ ਬੰਦੇ ਨੂੰ ਦੁਨਿਆਵੀ ਤੌਰ ਤੇ ਮਾਣ ਹੁੰਦਾ ਹੈ। ਇੱਕ ਮਾਣ ਇਹ ਹੁੰਦਾ ਹੈ ਕਿ ਮੇਰੇ ਕੋਲ ਪੈਸਾ ਬਹੁਤ ਹੈ, ਮੈਂ ਜੋ ਮਰਜ਼ੀ ਖਰੀਦ ਲਾਂ, ਕਿਉਂਕਿ ਪੈਸੇ ਨਾਲ ਬਹੁਤ ਕੁਝ ਖਰੀਦਿਆ ਜਾਂਦਾ ਹੈ। ਪੈਸੇ ਦੇ ਨਾਲ ਸਾਧ ਸੰਗਤ ਜ਼ਮੀਨ ਖਰੀਦੀ ਜਾਂਦੀ ਹੈ, ਪਲਾਟ ਖਰੀਦੇ ਜਾਂਦੇ ਨੇ, ਫਲੈਟ ਖਰੀਦੇ ਜਾਂਦੇ ਨੇ। ਕੱਲੀ ਬਾਹਰੀ ਜਾਇਦਾਦ ਨਹੀਂ, ਪੈਸੇ ਨਾਲ ਬੰਦੇ ਵੀ ਖਰੀਦੇ ਜਾਂਦੇ। ਮਨੁੱਖ ਨੂੰ ਮਾਣ ਰਹਿੰਦਾ ਮੇਰੇ ਕੋਲ ਪੈਸਾ ਬਹੁਤ ਹੈ, ਮੈਂ ਕਿਸੇ ਤੋਂ ਕੀ ਲੈਣਾ, ਮੈਂ ਜੋ ਮਰਜ਼ੀ ਖਰੀਦ ਲਾਂ। ਦੂਸਰਾ ਮਾਣ ਇਹ ਹੁੰਦਾ ਕਿ ਮੈਨੂੰ ਅਕਲ ਬਹੁਤ ਹੈ, ਮੈਨੂੰ ਸਮਝ ਬਹੁਤ ਹੈ, ਮੈਨੂੰ ਕਿਸੇ ਕੋਲੋਂ ਸਲਾਹ ਲੈਣ ਦੀ ਲੋੜ ਨਹੀਂ। ਲੋਕ ਮੇਰੇ ਕੋਲੋਂ ਸਲਾਹਾਂ ਲੈਂਦੇ ਨੇ। ਬੰਦੇ ਨੂੰ ਮਾਣ ਹੰਕਾਰ ਰਹਿੰਦਾ ਮੈਨੂੰ ਅਕਲ ਬਹੁਤ ਹੈ। ਔਰ ਤੀਸਰਾ ਸਾਧ ਸੰਗਤ ਮਾਣ ਹੁੰਦਾ ਮੇਰੇ ਮਗਰ ਬੰਦੇ ਬਹੁਤ ਨੇ, ਮੇਰਾ ਘਰ ਪਰਿਵਾਰ ਸ਼ਰੀਕਾ ਬਰਾਦਰੀ ਭਾਈਚਾਰਾ, ਮੇਰੇ ਮਗਰ ਬੰਦੇ ਬਹੁਤ ਨੇ। ਇੱਕ ਫੋਨ ਕਰਾਂ ਮੈਂ 5000 ਬੰਦਾ ਇਕੱਠਾ ਕਰਦਾ। ਇਹ ਬਹੁਤ ਬੰਦਿਆਂ ਨੂੰ ਮਾਣ ਰਹਿੰਦਾ ਕਿ ਮੇਰੇ ਮਗਰ ਬੰਦੇ ਬਹੁਤ ਨੇ। ਔਰ ਸਾਧ ਸੰਗਤ ਦੇ ਤਿੰਨ ਦੇ ਤਿੰਨੇ ਹੀ ਮਾਣ। ਇਹਨਾਂ ਹਾਲਾਤਾਂ ਵਿੱਚ ਜਿਹੜਾ ਕਰੋਨਾ ਵਾਇਰਸ ਦਾ ਦੌਰ ਲੰਘਿਆ, ਤਿੰਨ ਦੇ ਤਿੰਨੇ ਹੀ ਮਾਣ ਬੰਦੇ ਦੇ ਚਕਨਾਚੂਰ ਹੋ ਗਏ। ਤਿੰਨ ਦੇ ਤਿੰਨੇ ਹੀ ਮਾਣ ਟੁੱਟ ਗਏ। ਜਿਨ੍ਹਾਂ ਬੰਦਿਆਂ ਨੂੰ ਇਹ ਸੀ ਨਾ ਮਨ ਦੇ ਅੰਦਰ ਪੈਸਾ ਬਹੁਤ ਹੈ ਮੇਰੇ ਕੋਲ, ਅਰਬਾਂ ਖਰਬਾਂ ਦੀ ਜਾਇਦਾਦ ਵਾਲੇ ਬੰਦੇ ਕਰੋਨਾ ਨਾਲ ਮਰੇ ਨੇ। ਔਰ ਤੁਸੀਂ ਹੈਰਾਨ ਹੋਵੋਗੇ 18 ਅਪ੍ਰੈਲ ਤੋਂ 22 ਮਈ ਤੱਕ ਪਿਛਲੇ ਸਾਲ ਇੱਕ ਸਾਲ ਵਿੱਚ 18,500 ਬੰਦੇ ਦੀ ਦਿੱਲੀ ਵਿੱਚ ਮੌਤ ਹੋਈ ਹੈ ਕਰੋਨਾ ਨਾਲ। ਇੱਕ ਮਹੀਨੇ ਵਿੱਚ 18,000 ਤੋਂ ਪਲੱਸ ਬੰਦਿਆਂ ਦੀ ਮੌਤ ਕਰੋਨਾ ਨਾਲ ਦਿੱਲੀ ਵਿੱਚ ਹੋਈ ਹੈ। ਔਰ ਸਾਧ ਸੰਗਤ ਉਹਦੇ ਵਿੱਚ ਮਰਨ ਵਾਲੇ ਅਰਬਾਂ ਖਰਬਾਂ ਦੀ ਜਾਇਦਾਦ ਵਾਲੇ ਬੰਦੇ ਮੌਜੂਦ ਸਨ, ਜਿਨ੍ਹਾਂ ਨੂੰ ਹਸਪੀਟਲ ਵਿੱਚ ਬੈੱਡ ਨਹੀਂ ਮਿਲਿਆ, ਵੈਂਟੀਲੇਟਰ ਨਹੀਂ ਮਿਲਿਆ, ਆਕਸੀਜਨ ਨਹੀਂ ਮਿਲੀ। ਸਾਧ ਸੰਗਤ ਹਸਪੀਟਲ ਵਿੱਚ ਬੈੱਡ ਨਹੀਂ ਮਿਲਿਆ, ਬੈਨਾਂ ਵਿੱਚ ਹੀ ਮਰ ਗਏ। ਅਰਬਾਂ ਖਰਬਾਂ ਦੀ ਜਾਇਦਾਦ ਸੀ ਉਹਨਾਂ ਬੰਦਿਆਂ, ਜਿਨ੍ਹਾਂ ਕੋਲ ਕਰੋੜਾਂ ਅਰਬਾਂ ਦੀ ਜਾਇਦਾਦ, ਲੱਖਾਂ ਰੁਪਈਆ ਬੈਂਕ ਵਿੱਚ ਡਿਪੋਜ਼ਿਟ ਪਿਆ। ਸਾਧ ਸੰਗਤ ਤੋਂ ਬੰਦਿਆਂ ਨੂੰ ਹਸਪੀਟਲ ਵਿੱਚ ਬੈੱਡ ਨਹੀਂ ਮਿਲਿਆ। ਇੱਕ ਇਸ ਤਰ੍ਹਾਂ ਦਾ ਬੰਦਾ ਮੈਂ ਵੇਖਿਆ, ਉਹਦੀ ਸਾਧ ਸੰਗਤ ਮੌਤ ਹੋਈ। ਉਹ ਬਹੁਤ ਵੱਡਾ ਸਿਆਣਾ ਪੁਰਸ਼ ਹੈ,
क्योंकि दूजा माण हर बंदे नूं ये हुंदा है कि जी मैनूं अकल बहुत है, मैनूं किसी की लोड़ ही नहीं है। जिन्हां नूं राष्ट्रपति अवार्ड नाल सन्मानित किया होया है वो इन्ने सियाणे पुरुष बंदे साध संगत करोना नाल मर गए, इत्थे ही वस नहीं। जिन्हां कोल MD MS दीयां डिग्रियां सी वो बंदे करोना नाल मर गए। एक बंदे दी जिहदी मौत होई वो डॉक्टर उहनूं कहिंदे परिवार वालियां नूं एक इंजैक्शन लगना है उहदे नाल बच सकदा है, पर वो इंजैक्शन 40,000 रुपए का होना है, साडे कोल अवेलेबल नहीं है। उन्होंने कहा जी जिथों मर्जी पैदा करो असीं पैसे दे देंगे। तो कहते जी 10,000 होर लगना है, गड्डी भेजांगे, तो चंडीगढ़ों टीका मंगाउणा पैना है। उन्होंने कहा जी मंगा लो। 50,000 विच साध संगत तो इंजैक्शन बंदे चंडीगढ़ तो अमृतसर लैके गए। हुण वो 50,000 रुपए का इंजैक्शन हॉस्पिटल पहुंच भी गया, डॉक्टर के हथ विच भी आ गया। उस इंजैक्शन नूं उहने सिरिंज विच भी भर लिया लाउण वास्ते। माफ करियो, लाउण दा हुक्म नहीं होया, वो बंदे दी मौत हो गई। अरबां खरबां दी जायदाद ते सियाणे बंदे अकलां नाल भरे होए जिन्हां कोल डिग्रियां सी, करोना विच उहनां दा मान टुट गया। उस तों बाद जिन्हां बंदिआं नूं मान सी मेरे मगर बंदे बहुत ने। साध संगत दूजिआं दी गल छड्डो, ਉਹਦੇ ਆਪਣੇ ਸਕੇ ਪਰਿਵਾਰ ਪੁੱਤਰ ਨੋਹਾਂ ਕਿਸੇ ਕੰਮ ਨਹੀਂ ਆਏ। ਉਹ ਜਿਉਂਦਿਆਂ ਜੀ ਤਾਂ ਕਿਸੇ ਨੇ ਨੇੜੇ ਕੀ ਆਉਣਾ ਸੀ, ਮਰਨ ਤੋਂ ਬਾਅਦ ਸੰਸਕਾਰ ਕਰਨ ਵੀ ਨੇੜੇ ਨਹੀਂ ਆਏ, ਗੱਡੀਆਂ ਵਿੱਚ ਬਹਿ ਕੇ ਵੇਖਦੇ ਰਹੇ। ਡਾਕਟਰਾਂ ਨੇ ਸੰਸਕਾਰ ਕੀਤਾ, ਪਰਿਵਾਰ ਵਾਲੇ ਗੱਡੀ 'ਚ ਬਹਿ ਕੇ ਦੂਰੋਂ ਵੇਖਦੇ ਰਹੇ। ਕਈ ਪਰਿਵਾਰ ਤਾਂ ਮਾਫ ਕਰਿਓ ਫੁੱਲ ਚੁਗਣ ਵੀ ਨਹੀਂ ਆਏ, ਇੰਨੇ ਡਰ ਗਏ। ਇਸ ਸੰਸਾਰ ਵਿੱਚ ਤਿੰਨੇ ਹੀ ਮਾਣ ਟੁੱਟੇ ਨੇ, ਪਰ ਇੱਕ ਚੀਜ਼ ਤੁਸੀਂ ਯਾਦ ਰੱਖਿਓ, जिन्हें मान अपने गुरु ते कीता है, मेरे गुरु ने उन्होंने मान नहीं टुटन दिता। वो परिवार मैं तुहानूं मिला दांगा जिहड़े इस बीमारी विचों लंघे ने। जदों गुरु ते मान रख के अरदास कीती, चेते रखियो गुरु ने बाल बिंगा नहीं होण दिता, कढ के बाहर लै गया। गुरु जिहड़ी गल पातशाह ने लिख के दिती है, सिखा तू मान रखी, भरोसा रखी, विश्वास रखी गुरु उत्ते, दुनिया का मान टुट सकदा है। जिथे मां प्यो भैन भरा पैसा कम ना आवे, उत्थे गुरु का दिता नाम कम आउंदा है। तू विश्वास रख के जप लई सतनाम श्री वाहिगुरु। बाणी तुहानूं याद है, पढ़ो पंक्ति। हजूर कहंदे जह मात पिता सुत मीत ना पाई, मनुहा नाम तेरे संग सहाई। जय महाभयान दूत जम दले, ते केवल नाम संग तेरे चले। जय मुश्किल होवे अत भारी, हर को नाम खिन माहे। पढ़ो, हर को नाम खिन माहे। एक खिन विच गुरु ने अत मुश्किल चों कढ लिया। इनू पातशाह ने कहा जा कहो मुश्किल अत बने। अत मुश्किल का अर्थ पता की है? जिथे ना पैसा कम आउंदा है, ना अकल कम आउंदी है, ना बंदे कम आउंदे। वैसे मुश्किल विच बंदे भी एक दूजे दे कम आ जाते हैं, मुश्किल विच पैसा भी कम आउंदा है, मुश्किल विच बंदे दी अकल भी उहनूं बचा लैंदी है, पर अत मुश्किल विच कोई कम नहीं आउंदा। इसलिए पातशाह ने बाणी अंदर जिथे मुश्किल शब्द लिखे है, उत्थे नाल अत मुश्किल पाया है। अत मुश्किल विच जिथे कोई कम ना आवे, उत्थे अपने गुरु नूं याद कर लई। गुरु इन्नी वड्डी शक्ति है, तेरा बाल भी नहीं विंगा होण देगा। पातशाह ने कहा जा कहो मुश्किल अत बने। पढ़ो जिन्होंने बाणी याद है। ढोई कोई ना दे लागू होए दुश्मना, साक भी भज खले सबो भजे आसरा, चुके सवसराओ चितावे उस पार ब्रह्म, तां लगे ना तत्ती वाओ। तैनू गुरु तत्ती हवा भी नहीं लगन देगा, पर तेरा विश्वास होना चाहिए। गुरु की शर्त पता की है? विश्वास। इको ही शर्त है, तू विश्वास रख के आई। ये जिंदगी में नुकता तुहाडे कम आएगा। मैं कथा कई बार दरबार साहब तो कही, विश्वास ते प्रेम
ਧਰਮ ਵਿੱਚ ਸਭ ਤੋਂ ਜ਼ਰੂਰੀ ਹੈ, ਕਿਉਂਕਿ ਜਿਹੜੇ ਰਿਸ਼ਤੇ ਵਿੱਚ ਵਿਸ਼ਵਾਸ ਹੈ ਉੱਥੇ ਪ੍ਰੇਮ ਬਣਦਾ ਹੈ, ਜਿੱਥੇ ਵਿਸ਼ਵਾਸ ਨਹੀਂ ਉੱਥੇ ਕਦੇ ਪ੍ਰੇਮ ਨਹੀਂ ਬਣਦਾ। ਭਰਾ ਤੇ ਭਰਾ ਨੂੰ ਵਿਸ਼ਵਾਸ ਹੈ ਤਾਂ ਪਿਆਰ ਬਣਿਆ ਰਹਿੰਦਾ ਹੈ, ਪਿਓ ਨੂੰ ਪੁੱਤ ਤੇ ਵਿਸ਼ਵਾਸ ਹੈ ਪਿਆਰ ਬਣਿਆ ਰਹਿੰਦਾ ਹੈ, ਨਹੀਂ ਤਾਂ ਬੇਦਖਲ ਵੀ ਕਰ ਦਿੰਦਾ ਹੈ। ਸਾਧ ਸੰਗਤ ਪਤੀ ਤੇ ਪਤਨੀ ਦਾ ਆਪਸ ਵਿੱਚ ਵਿਸ਼ਵਾਸ ਹੈ, ਪ੍ਰੇਮ ਬਣਿਆ ਰਹਿੰਦਾ ਹੈ। ਜੇ ਵਿਸ਼ਵਾਸ ਨਾ ਰਵੇ ਰਿਸ਼ਤਾ ਟੁੱਟ ਜਾਂਦਾ ਹੈ। ਇਹੀਓ ਗੱਲ ਸਿੱਖ ਤੇ ਗੁਰੂ ਦੇ ਵਿਚਕਾਰ ਲਾਗੂ ਹੁੰਦੀ ਹੈ। ਪਾਤਸ਼ਾਹ ਨੇ ਕਿਹਾ, ਸਿੱਖਾ ਤੂੰ ਵਿਸ਼ਵਾਸ ਰੱਖੀ, ਤੇਰਾ ਤੇ ਮੇਰਾ ਪਿਆਰ ਬਣਿਆ ਰਹੇਗਾ। ਜੇ ਤੂੰ ਵਿਸ਼ਵਾਸ ਗਵਾ ਲਿਆ ਤੇਰਾ ਮੇਰਾ ਰਿਸ਼ਤਾ ਟੁੱਟ ਜਾਣਾ ਹੈ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਮਹਾਰਾਜ ਜੇ ਵਿਸ਼ਵਾਸ ਨਾ ਰਵੇ ਫਿਰ ਪਾਤਸ਼ਾਹ ਕਹਿੰਦੇ, ਆਪਣੀ ਪ੍ਰਤੀ ਤਾਪ ਹੀ ਖੋਵੇ, ਬਹੁਰ ਉਸ ਕਾ ਵਿਸ਼ਵਾਸ ਨਾ ਹੋਵੇ। ਇੱਕ ਛੋਟੀ ਜਿਹੀ ਗੱਲ ਸਮਝੋ। ਇੱਕ ਸੱਜਣ, ਉਹਨਾਂ ਦੀ ਕੱਪੜੇ ਦੀ ਦੁਕਾਨ ਹੈ, ਤਾਂ ਮੈਨੂੰ ਉਹ ਬੜਾ ਉਦਾਸ ਹੋ ਕੇ ਕਹਿੰਦਾ ਭਾਈ ਸਾਹਿਬ ਜੀ, ਲੋਕ ਕੱਪੜਾ ਲੈਣ ਆਉਂਦੇ ਨੇ ਵਿਆਹ ਸ਼ਾਦੀ ਤੇ, ਕਈ ਵਾਰ ਬਹੁਤ ਮਨ ਦੁਖੀ ਹੁੰਦਾ। ਮੈਂ ਉਹਨੂੰ ਕਿਹਾ, ਕਿਹੜੀ ਗੱਲੋਂ? ਉਹ ਕਹਿੰਦਾ, ਭਾਈ ਸਾਹਿਬ ਜੀ, ਜਦੋਂ ਬੱਚੇ ਬੱਚੀ ਦੇ ਵਿਆਹ ਲਈ ਕੋਈ ਕੱਪੜਾ ਖਰੀਦਣ ਆਉਂਦਾ ਹੈ, ਬਹੁਤ ਵੱਡਾ ਉਹਨਾਂ ਦਾ ਕਲੌਥ ਹਾਊਸ ਹੈ, ਸ਼ੋਰੂਮ ਹੈ। ਉਹ ਕਹਿੰਦਾ, ਭਾਈ ਸਾਹਿਬ ਜੀ, ਜਦੋਂ ਲੋਕ ਆਉਂਦੇ ਨਾ, ਬੱਚੇ ਬੱਚੀ ਦਾ ਵਿਆਹ ਹੈ ਜੀ, ਵਰੀ ਦੇ ਕੱਪੜੇ ਲੈਣੇ ਨੇ, ਬਹਿ ਜਾਂਦੇ ਨੇ 3-4 ਜਣੇ ਪਰਿਵਾਰ ਦੇ ਮੈਂਬਰ, ਸਭ ਤੋਂ ਪਹਿਲਾਂ ਕਹਿਣਗੇ ਜੀ ਇੱਕ ਰੁਮਾਲਾ ਦੇ ਦਿਓ ਪਹਿਲਾਂ ਗੁਰੂ ਸਾਹਿਬ ਵਾਸਤੇ। ਕਹਿੰਦਾ ਖੁਸ਼ੀ ਹੁੰਦੀ ਹੈ, ਚਲੋ ਕੱਪੜੇ ਖਰੀਦਣ ਤੋਂ ਪਹਿਲਾਂ ਗੁਰੂ ਸਾਹਿਬ ਦਾ ਰੁਮਾਲਾ ਖਰੀਦਿਆ। ਕੱਪੜੇ ਖਰੀਦਣ ਤੋਂ ਪਹਿਲਾਂ, ਵਰੀ ਦੇ ਕੱਪੜੇ ਲੈਣ ਤੋਂ ਪਹਿਲਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਰੁਮਾਲਾ ਲੈ ਰਹੇ ਨੇ। ਇਹ ਬੰਦੇ ਗੁਰਸਿੱਖ ਨੇ ਭਾਈ। ਕਹਿੰਦਾ ਚੰਗੇ ਚੰਗੇ ਗੁਰਸਿੱਖ। ਪਹਿਲਾਂ ਕਹਿੰਦੇ, ਭਾਈ ਸਾਹਿਬ ਜੀ ਇੱਕ ਰੁਮਾਲਾ ਦੇ ਦਿਓ ਸਰਦਾਰ ਜੀ। ਕਹਿੰਦਾ ਰੁਮਾਲਾ ਕੱਢੀ ਦਾ। ਫਿਰ ਕਹਿੰਦਾ ਨਾਲ ਲੱਗਦਾ ਕਹਿਣਗੇ, ਸਰਦਾਰ ਜੀ ਇੱਕ ਲਾਲ ਰੰਗ ਦੀ ਚੁੰਨੀ ਵੀ ਦੇ ਦਿਓ ਤੇ ਇੱਕ ਹਰੀ ਚਾਦਰ ਵੀ ਦੇ ਦਿਓ। ਇਹਦਾ ਮਤਲਬ ਮੰਗਲਵਾਰ ਵੀ ਕਿਤੇ ਮੱਥਾ ਟੇਕਣਾ ਹੈ ਤੇ ਵੀਰਵਾਰ ਵੀ ਕਿਤੇ ਟੇਕਣਾ ਹੈ, ਕੋਈ ਰਹਿ ਨਾ ਜਾਵੇ। ਮੰਗਲਵਾਰ ਵੀ ਕਿਸੇ ਦੇ ਚੁੰਨੀ ਚੜਾਉਣੀ ਹੈ ਤੇ ਵੀਰਵਾਰ ਵੀ ਕਿਤੇ ਜਾਣਾ ਹੈ। ਦੇਖੋ, ਜਿਹਦਾ ਧਰਮ ਇਜਾਜ਼ਤ ਦਿੰਦਾ ਹੈ ਉਹ ਜਾਵੇ। ਸਿੱਖੋ, ਤੁਹਾਨੂੰ ਗੁਰੂ ਦਾ ਹੁਕਮ ਹੈ, ਇੱਕ ਤੇ ਵਿਸ਼ਵਾਸ ਰੱਖ ਕੇ ਚੱਲ। ਸਿੱਖ ਕਿਸੇ ਦੀ ਨਿੰਦਿਆ ਨਹੀਂ ਕਰਦਾ, ਨਾ ਕਿਸੇ ਦੇਵੀ ਦੇਵਤੇ ਨੂੰ ਮਾੜਾ ਕਹਿੰਦਾ, ਪਰ ਸਿੱਖ ਇਹ ਗੱਲ ਯਾਦ ਰੱਖਦਾ, ਆਪਣੇ ਗੁਰੂ ਤੇ ਇੰਨਾ ਵਿਸ਼ਵਾਸ ਹੈ ਉਹ ਦੂਜੇ ਕਿਸੇ ਨੂੰ ਅੱਖ ਥੱਲੇ ਵੀ ਨਹੀਂ ਧਰਦਾ। ਮਾਨ ਕਿਤੇ ਰੱਖਣੇ ਪਾਏ ਗਏ ਜਬ ਤੇ ਤੁਮ ਰੇ, तब ते को आंख तरे नहीं आन्यो। राम रहीम पुराण कुरान अनेक कहे मत एक ना मान्यो। सिमरत शास्त्र वेद सब रोज ही पढ़ते हैं आप। सिमरत शास्त्र वेद सब बहु भेद कहे हम एक न जान्यो। श्री असपान कृपा तुमरी कर मैं ना कहो सब तोहे विखान्यो। इन्ना विश्वास होना चाहिए। ਉਹਦੇ ਨਾਲ ਹੀ ਫਿਰ ਦੋਹਰਾ ਆਉਂਦਾ ਹੈ, ਮੈਂ ਨਾ ਕਹੋ ਸਭ ਤੋਹੈ ਵਖਾਨਿਓ। ਦੋਹਰਾ ਜੇ ਹੁਣ ਇਹ ਬਾਣੀ ਤੋਂ ਵੀ ਆਪਾਂ ਸਿੱਖਿਆ ਨਹੀਂ ਲੈਣੀ ਫਿਰ ਪੜ੍ਹਨ ਦਾ ਕੀ ਫਾਇਦਾ। ਦੋਹਰੇ ਵਿੱਚ ਮਹਾਰਾਜ ਨੇ ਦੁਹਰਾ ਕੇ ਕਿਹਾ ਤੂੰ ਇੰਨਾ ਵਿਸ਼ਵਾਸ ਰੱਖ ਕੇ ਚੱਲਣੀ ਕਿ ਸਗਲ ਦੁਆਰ ਕਉ ਛਾੜ ਕੇ ਪੜੋ ਗਇਓ ਤੁਹਾਰੋ। ਇਦਾਂ ਗੁਰੂ ਨੂੰ ਕਹਿਣਾ, ਕਹਿ ਕੇ ਵੇਖਿਓ ਅੰਦਰੋਂ ਗੁਰੂ ਤੁਹਾਡੇ ਨਾਲ ਨਾਲ ਚੱਲਣ ਲੱਗ ਜਾਏਗਾ। ਗੁਰੂ ਖਾਲੀ ਮੱਥਾ ਟੇਕਣ ਵਾਸਤੇ ਨਹੀਂ ਹੈ, ਵਿਸ਼ਵਾਸ ਨਾਲ ਪੜਿਆ ਕਰ। ਸਗਲ ਦੁਆਰ ਕਉ ਛਾੜ ਕੇ ਗਇਓ ਤੁਹਾਰੋ। ਵਹ ਗਏ ਕੀ ਲਾਜ ਅਸੈ ਗੋਬਿੰਦ ਦਾਸ ਤੁਹਾਰ। ਜੇ ਤੂੰ ਗੁਰੂ ਨੂੰ ਕਹੇਗਾ ਬਾਂਹ ਪਕੜੇ ਦੀ ਲਾਜ ਰੱਖ, ਉਹ ਲਾਜ ਰੱਖਦਾ, तेरी लाज कदे गुआचण नहीं दिंदा। वह शर्त एक है विश्वास रख, भरोसा होना चाहिए। एक ते विश्वास रख, तेनों तेरे गुरु का हुक्म है कि ए खालसा तू किसी नूं अख थले भी नहीं धरना। ये नहीं मैं किसी की नरादरी करनी। ਇਹਦਾ ਭਾਵ ਇਹ ਹੈ तेरे अंदर इन्ना विश्वास होना चाहिए कि जागत जोत जपै निस्वसर एक बिना मन नैक न अन्य। पूरन प्रेम प्रतीत सजै व्रत गोर मड़ी मठ भूल न मानै। तीर्थ दान दया तप संजम एक बिना ने एक पछन। पूरन जोत जगह घट में तब खालस ताहे
ਨਿਖਾਲਸ ਜਾਣੈ। ਮਹਾਰਾਜ ਜੇ ਅਸੀਂ ਭਰੋਸਾ ਰੱਖ ਕੇ ਚੱਲੀਏ, ਤੁਹਾਨੂੰ ਗੁਰੂ ਨੇ ਲਿਖਤੀ ਦਿੱਤਾ ਹੈ। ਮੈਂ ਕਈ ਵਾਰ ਕਹਿੰਦਾ ਉਹਨਾਂ ਲਿਖਤ ਦੇਣ ਤੋਂ ਹਰ ਬੰਦਾ ਡਰਦਾ ਹੈ, ਲਿਖਤ ਨਹੀਂ ਕੋਈ ਦਿੰਦਾ। ਕਿੰਨੇ ਮਹੀਨੇ ਦਿੱਲੀ ਬੈਠੇ ਰਹੇ ਕਿਸਾਨ, ਸਿਰਫ ਭਾਰਤ ਦੀ ਹੁਕੂਮਤ ਤੋਂ ਇੱਕੋ ਹੀ ਮੰਗ ਸੀ, ਸਾਨੂੰ ਲਿਖਤੀ MSP ਗਰੰਟੀ ਦੇ ਦਿਓ। ਲਿਖਤ ਤੋਂ ਡਰਦੇ ਨੇ, ਲਿਖਤ ਤੋਂ ਹਰ ਬੰਦਾ ਡਰਦਾ ਹੈ, ਕਿਉਂਕਿ ਜਦੋਂ ਲਿਖਤ ਵਿੱਚ ਆ ਜਾਏ ਉਹ ਫਿਰ ਕਈ ਪੀੜ੍ਹੀਆਂ ਤੱਕ ਔਰ ਸਦੀਆਂ ਤੱਕ ਚੱਲਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖ ਕੇ ਦਿੱਤਾ ਹੈ, ਤੂੰ ਵਿਸ਼ਵਾਸ ਰੱਖੀ ਤੇ ਜਾ ਖਾਲਸਾ, ਜੋ ਮੰਗ ਲੈ ਮੈਂ ਉਹ ਦਵਾਂਗਾ। ਔਰ ਕਮਾਲ ਦੀ ਗੱਲ, ਪਾਤਸ਼ਾਹ ਨੇ ਕਿਹਾ ਕੋਲ ਨਹੀਂ ਕੁਝ ਰੱਖਾਂਗਾ, ਸਾਰੀ ਤਾਕਤ ਤੈਨੂੰ ਦੇ ਦਾਂਗਾ। ਸਾਰਾ ਕੁਝ ਤਾਂ ਕੋਈ ਵੀ ਨਹੀਂ ਦਿੰਦਾ। ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ, ਸਕਾ ਪਿਓ ਵੀ ਪੁੱਤ ਨੂੰ ਸਾਰੀ ਜਾਇਦਾਦ ਨਹੀਂ ਦਿੰਦਾ, ਇੱਕ ਅੱਧਾ ਪਲਾਟ ਆਪਣੇ ਨਾਮ ਤੇ ਰੱਖ ਲੈਂਦਾ, ਕੀ ਪਤਾ ਹੁੰਦਾ ਕੱਲ ਨੂੰ। ਤੁਸੀਂ ਪਰਿਵਾਰਾਂ ਵਾਲੇ ਹੋ, ਦੱਸਿਓ ਇਮਾਨਦਾਰੀ ਨਾਲ, ਆਪਣੀ ਔਲਾਦ ਦੇ ਨਾਮ ਸਾਰਾ ਕੁਝ ਕਰ ਦਿੱਤਾ। ਸਕਾ ਪਿਓ ਵੀ ਸਾਰੀ ਜਾਇਦਾਦ ਨਹੀਂ ਦਿੰਦਾ, ਹਰ ਇੱਕ ਬੰਦੇ ਨੇ ਕੋਈ ਨਾ ਕੋਈ, ਜੇ ਪਲਾਟ ਫਲੈਟ ਉਹਦੇ ਨਾਮ ਵੀ ਕਰ ਦਿਓ। ਇੱਕ ਚੀਜ਼ ਤਾਂ ਸੱਚ ਹੈ, 1-2-4 ਲੱਖ ਦੀ FDR ਤੁਸੀਂ ਲੁਕੋ ਕੇ ਜ਼ਰੂਰ ਰੱਖੀ ਹੋਣੀ ਹੈ, ਜਿਹੜੀ ਪੁੱਤਾਂ ਨੂੰਹਾਂ ਨੂੰ ਨਹੀਂ ਦੱਸੀ। ਸਭ ਕੁਝ ਤਾਂ ਸਕਾ ਪਿਓ ਵੀ ਨਹੀਂ ਦਿੰਦਾ। ਇਹ ਤਾਂ ਮੇਰੇ ਕਲਗੀਧਰ ਪਾਤਸ਼ਾਹ ਤੋਂ ਬਲਿਹਾਰ ਜਾਈਏ, ਪਾਤਸ਼ਾਹ ਨੇ ਲਿਖ ਕੇ ਦਿੱਤਾ, ਜਾ ਮੈਂ ਸਾਰੀ ਤਾਕਤ ਤੈਨੂੰ ਦਿੱਤੀ, ਨਹੀਂ ਰੱਖਾਂਗਾ ਕੋਲ ਕੋਈ, ਸਭ ਕੁਝ ਦੇ ਦਾਂਗਾ, ਪਰ ਮੇਰੀ ਵੀ ਇੱਕ ਸ਼ਰਤ ਹੈ, ਕਿਉਂਕਿ ਐਗਰੀਮੈਂਟ ਉਹਨੂੰ ਕਹਿੰਦੇ ਨੇ ਜਿੱਥੇ ਦੋਵਾਂ ਧਿਰਾਂ ਤੋਂ ਸ਼ਰਤਾਂ ਲਿਖੀਆਂ ਜਾਂਦੀਆਂ। ਕਲਗੀਧਰ ਪਾਤਸ਼ਾਹ ਨੇ ਐਗਰੀਮੈਂਟ ਕੀਤਾ ਤੁਹਾਡੇ ਨਾਲ ਲਿਖ ਕੇ, ਸਾਰੀ ਤਾਕਤ ਸਿੱਖ ਨੂੰ, ਪਰ ਸਿੱਖ ਕੀ ਕਰੇ, ਉਹ ਵੀ ਆਹ ਸ਼ਰਤ ਤੇ ਪਾਬੰਦ ਰਵੇ। ਪੜੋ, ਤੁਹਾਨੂੰ ਰਹਿਤਨਾਮਾ ਯਾਦ ਹੈ, ਕਿਉਂਕਿ ਸੁਣਦੇ ਰਹਿੰਦੇ ਹੋ ਕੀਰਤਨ ਵਿੱਚ। ਸਾਹਿਬ ਕਹਿੰਦੇ, ਜਬ ਲਗ ਖਾਲਸਾ ਰੇ ਨਿਆਰਾ, ਮੰਗਲ ਵੀਰਵਾਰ ਸ਼ਨੀਵਾਰ ਭੱਜਣ ਵਾਲਾ ਨਾ ਹੋਵੇ, ਤੋਂ ਨਿਆਰਾ ਹੋਵੇ। ਫਿਰ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦੇਉ ਮੈਂ ਸਾਰਾ। ਨਹੀਂ ਰੱਖਾਂਗਾ ਕੋਲ ਕੁਝ, ਸਾਰਾ ਹੀ ਦੇ ਦਾਂਗਾ, ਪਰ ਤੇਰੇ ਵਾਸਤੇ ਸ਼ਰਤ ਪਤਾ ਕੀ ਹੈ, जब गह विपरन की रीत, मैं न करूं इनकी परतीत, अपनी परतीत आप ही खोवे। जिदन शनिवार तेल पाओ ने ना, उदन गुरु गोबिंद सिंह महाराज एक कदम पिछे कर लेंदे, तेरे नाल नहीं चलते हो। तू किसे पाउण वाले नूं माड़ा ना कही, पर तू ना उधर जाई। तू किसे होर पूजन वाले नूं माड़ा ना कहे, पर तेरे लिए पाबंदी तू नहीं जाना। इनू खालसा कहते हैं। इसलिए साध संगत, खालसा राज वे सारियां कौमां सारे धर्म सेफ ने, क्योंकि खालसा किसी के धर्म उत्ते कटाक्ष नहीं करता, आप पाबंद रहिंदा है, वो दूजियां दे मगर लग के विपरन रीत विच नहीं जाता। पातशाह जे असीं भरोसा रखीए फिर सानू की देओगे। हुण श्री गुरु ग्रंथ साहिब महाराज की बाणी वाल आयो, हजूर ने लिखती दिता है, मैं तैनू अगे का भी सुख इत्थे का भी सुख। लो अगे वाली गारंटी लैंदा कोई? कोई तुहाडी अगे वाली गारंटी नहीं चुक सकता। एक श्री गुरु ग्रंथ साहिब महाराज ने गारंटी चुकी है, अगे का भी सुख, इत्थे भी जीवन में सुख सुकून शांति सहज, जिहड़ा चीज़ तेनू पैसे चों नहीं मिलना वो मैं दवांगा, पर शर्त एक है, भरोसा रख लई, विश्वास रख लई, विसा रख लई गुरु ते। ये गुरु ते विश्वास रख के चलनी। किते लिखा होया हुक्मनामा कई बार पातशाह दिंदे। शुरुआत इत्थों होएगी, सोरठ महला पंजवा, गुरपुरा पेट्यो वड भागी, मने बया परगासा। पढ़ो, कोई ना पहुंचन हारा दूजा, अपने साहिब का परवासा। कोई ना पहुंचन हारा दूजा, अपने साहिब का परवासा। अपने सतगुर के बलिहारे, आगे सुख पाछे सुख सहजा, घर आनंद हमारे। एक बार जिन्होंने भरोसा है, परवासा है, विश्वास है, वो प्यार विच ते मान विच आके पढ़ो। सतगुर कह बलिहारे, अपने
सतगुर कै बलिहार, सतगुर कै बलिहार अपने, सतगुर कै बलिहार, सतगुर कै सतगुर सतगुर कै बलिहार। आगे सुख पाशे सुख सहजा, आगे सुख पाशे सुख सहजा, आगे सुख पाशे, आगे सुख पाश, घर आनंद हमारे अपने, सतगुर कै बलिहार, सतगुर कै बलिहार अपने, सतगुर कै बलिहार, सतगुर कै सतगुर तकड़े होके सतगुर कै बले। क्योंकि तुहाडे तो मैनू इन्नी उम्मीद है वे तुहाडी आवाज़ तां चौंक टप जूगी। तुसीं ना उदास होकर बोलिया करो, खिड़ के बोलो गुरु ते भरोसा रख के। सतगुर कै बलिहार अपने, सतगुर कै बलिहार, सतगुर कै बलिहार अपने, सतगुर कै बलिहार, सतगुर कै सतगुर गुरु सिख नूं की दिंदा है। आ हुण सुणिओ ध्यान नाल। मंत्र तां छोटा जिहा ही है वाहिगुरू, पर जिद्दण साध संगत तुसीं जपण लग जाओ ना, इहदा लाभ वेखिओ फिर की हुंदा है। भाई गुरदास साहब जी ने एक कवित लिखिआ है, वो कहते ने सज्जणों हीरा है तां छोटा जिहा ही है, वो जेब विच भी पै जांदा है, पर जदों उहनूं किते मुੱਲ ਉਹਦਾ पवे ना, मुੱਲ जिद्दण हीरे दा मुੱਲ पैंदा उदण करोड़ां रुपए दा थैले भरदे ने, थैले जेब च नहीं पैसे पैंदे। फिर कहंदे हुंडी भाव चैक है तां छोटा जिहा ही है, कागज है फोल्ड करके पर्स च पा लो, ਉਹਦਾ किहड़ा भार है। पर जदों बैंक विचों कैश कराओगे फिर सज्जणों ਲੱਖਾਂ रुपया तुहाडी जेब च नहीं पैंदा, फिर किसे लिफाफे या किसी वड्डे बैग च पाउणा पैंदा। चैक तां पर्स च पै जांदा, कैश कीते पैसे फिर बैगां च पाउणे पैंदे ने। इदां बोड़ दे दरखत दा बीज तां छोटा है, जदों उग जाए किते जड़ लग जाए इन्ना फैल जांदा है, सैकड़े बंदे उहदी छावें बह सकदे ने। भाई गुरदास साहब कहंदे गुरु दा बचन है तां ऐ लगदा वे की बचन है, वो छोटा जिहा बचन जिद्दण मन के चल जाए ना, जिद्दण वो बचन फलीभूत हुंदा है, जपिया होया शब्द जिद्दण उंगरदा है, उदण याद रखी अगे सुख पातशाह सुख सहजा, पीढ़ियां तक तेरी वंश सुख माणदी है। पीढ़ियां तक कल्ले तुसी नहीं, अगे पीढ़ियां वास्ते भी बख्शिश हो जाती, कई पीढ़ियां तक वो गुरु की बख्शिश चलती है। प्यो की जोड़ी हुई जायदाद पुत्र ते पोते भी वरत लेंदे ने। दादे का कमाया होया नाम बाहरी तौर पर पोतियां तक चलता है। कई बार पोते नूं कोई नहीं जानता, उहदे दादे करके लोग कहते दा ग्रैंडफादर फलाना सीगा जी, उहदा नाम चलता है। भाई जे रब का नाम किते जप लै, कोई गुरु का बचन कमा लै, सदियां तक पीढ़ियां तक गुरु की बख्शिश हो जाए। भाई गुरदास साहब लिखते, जैसे हीरा हाथ में तनक सो दिखाई देत, मोल की ये दमकन भरत भंडार जी, जैसे बर बंदे हुंडी चेक ड्राफ्ट, जैसे बर बंदे हुंडी लगत न भार कशु, अगे जाए पाइयत लक्ष्मी अपार जी, जैसे बट बीजत सूखम स्वरूप होत, बोए से विविध करें बिरखा विस्तार जी, तैसे गुर बचन सचन गुर सिखन में
जानिए महात्म गए हरद्वार जी। जदों कोई साध संगत बचन कमा ले सदियां तक जय जयकार। आ जिहड़ी जगह ते तुसीं बैठे हो ये सतगुरु दा बचन कमाउण तो बाद प्राप्त होई उन्हां नूं। जे गुरु अर्जन देव महाराज ने बचन कहा भाई वक्त आएगा तेरे कोलों अंब लवांगे, वो हुण साध संगत 7वीं पीढ़ी 7वें धन गुरु हरराय साहब महाराज तक थोड़ी अंब रहने सी। अंब रखे होण वो तां 2-4-10 दिन खराब हो जाणगे, पर गुरु दा बचन नहीं कदे भंग हुंदा। सतगुरु गुरु अर्जन देव महाराज की नज़र कृपा बख्शिश हुई और साध संगत दहाकियां दे दहाके गुजर गए। फिर वक्त आया 7वें पातशाह ने ऐसा वो बचन पूरा किया। अज सदियां गुजर गईयां, इस धरती उत्ते साध संगत मेले लगते ने। क्यों? एक गुरु का बचन किसी ने मन के सत बचन कह लिया। बचन मन के कोई कमाल है अगों, वो बचन फिर कदे सड़दा नहीं। ताइयों पातशाह ने कहा गुर का बचन वसै जी नाले, जल नहीं डूबे तस्कर नहीं लेवे पह न सकै जल। दो चीज़ां गुरमत विच, एक गुरु का बचन, एक गुरु का शब्द। शब्द नूं पातशाह ने कहा गुर का शब्द कट है कोट कर्म। शब्द है वाहिगुरु मंत्र ते बचन है जिहड़ा गुरु ने तुहानूं बचन कहता वे आ कर ला, बस वो मन ला। 5 प्यारे जदों खंडे वाटे की पौल तुहानूं अमृत की दात बख्शिश करते हैं, उदों 5 प्यारे 2 चीज़ां दिंदे ने, एक गुर का शब्द वाहिगुरु गुरमंत्र ते एक गुरु का बचन। भाई आ बजर करैता नहीं करनिया, आ रहत रखनी है, ये गुरु का बचन है। जिदन बचन ते शब्द सिख कमाउण लग जाए उदन साध संगत वो तरक्की करदा है। वो बचन कमाया होया कला ओदा ही नहीं जीवन सफल करदा, ओदियां पीढ़ियां तक चलदा है। 7वें पातशाह गुरु हरराय साहब महाराज मालवे गए, उदों मालवे नूं लखी जंगल खालसा 10वें पातशाह वेले लिखे है जंगल इलाका कहिंदे सी। जंगल का भाव है जिथे रेता ही रेता, किकरां किकरां, किते 10-20 किलोमीटर तो बाद तो कोई पिंड आउंदा है, उहनूं उदों जंगल का इलाका कहिंदे सी। श्री गुरु हरराय साहब महाराज उस वीरान एरिए में गए, क्योंकि 6वें पातशाह ने भी चरण पाए सन, महाराज की जंग की सी, सिक्खी उधर सी। जदों गुरु हरराय साहब महाराज वापस आए, एक जगह उत्ते पातशाह ने अस्थान किया। उत्थे आले दुआले 8-10 मील ते पिंड सी। सब नूं खबरां मिल गईयां, संगत पहुंचनी शुरू हो गई। 1 दिन 2 दिन 3 दिन भारी मेला लगन लग पिया। हुण दिग्गे चढ़ गए, लंगर बनते ने, दीवान लगते ने। सवेरे दीवान शुरू हुंदा है, दोपहर तक दीवान चलता है, फिर संगत नूं लंगर प्रशादा वरता दिता जाता है। नेड़े दे पिंडां वाले चले जाते हैं, दूर दे पिंडां वाले 1-2 दिन रह के जाते हैं। इदां श्री गुरु हरराय साहब महाराज ने उत्थे अपना आसन कर लिया। 2-4 दिन लंघे। इतिहास कहता है एक कबीला है जिहड़ा महाराज दे वार-वार आके रुके है, उस कबीले का चौधरी, उहदा नाम इतिहास विच आया काला चौधरी। काले चौधरी का सका भरा गुजर गया। कई इतिहासकार ने भी लिखा वे 6वें पातशाह की जंग में शहीद होया। उस काले चौधरी के भरा दे 2 बच्चे काले चौधरी के हिस्से पै गए। हुण वो दोवां बच्चों की परवरिश करदा है, अपने भी बच्चे पालदा है, अपने भरा दे बच्चे भी पालदा है। कबीले का चौधरी है। जिथे उहदा कबीला भाव वो ठहरे हुए ने, उत्थे उहनूं खबर मिली कि इत्थों कोई 2-4 मील की बिथ ते गुरु हरराय साहब महाराज बैठे ने, दीवान लगते ने, लंगर बनता है। मन के अंदर आया चलो गुरु के दर्शन करके आवां। गुरु ने कृपा बख्शिश की, पता नहीं की कुछ मिल जाए, नाले मैं अपने भतीजिਆਂ ਨੂੰ ਨਾਲ ਲੈ ਜਾ, इन्हां विचारिਆਂ ਨੂੰ रज के रोटी मिल जाएगी। क्यों? घर वाली अपने पुत्तां ਨੂੰ रज के भोजन दिंदी है ते भतीजिਆਂ ਨੂੰ रज के नहीं दिंदी। 2 रोटियां प्रशादे रख के कहनी बस इन्नियां ही, तुसीं तां रोटियां बहुत खाने। अपने पुत्तां ਨੂੰ रजा दिंदी है, अपने जेठ के पुत्तां ਨੂੰ ਉਹ रोटी नहीं दिंदी। क्यों? उन्हां नाल मतरेया विहार करदी है। ये गल काले चौधरी ਨੂੰ पता सी। घर विच कलेश ना होवे, क्योंकि चौधरी है। जे चौधरी के घर विच कलेश है, कबीला कित्थों मंनदा है? उन्हें अपनियां रोटियां लुको लैणियां, बाद विच अपने भतीजिਆਂ ਨੂੰ खिला देनी।
अज मन च आया भी चलो लै चलना इन्हां अनाथ बच्चों का भी भला हो जाए। इतिहास कहता है वो दोवां भतीजियां नूं लै आया, एक नूं मोढे चुक लिया, एक नूं हत्थी तोड़ लिया, छोटे सन। जदों गुरु दरबार पहुंचे जिथे पातशाह ने अस्थान किया, लंगर बन रहे सन, दालों दीयां महकां प्रशादियां दीयां महकां उठियां ने, दीवान सजिया होया, कीर्तन हो रहा है। जदों वो दोवां बच्चों ने प्रवेश किया अपने ताए दे नाल, ते इतिहास कहता है वो बच्चों ने लंगर प्रशादे वाल वेख्या तो भुख लगी सी सवेर दी, अपने ताए का झग्गा खिंच के कहते ने ताया भुख लगी है, रोटी खानी है, भुख लगी है। वो कहना पुत इत्थे रोटी दीवान तो बाद मिलनी है, जदों भोग पैना ना बाद विच प्रशादा मिलना, सब नूं इकट्ठा मिलता है। दोवां बच्चों नूं लैके संगत विच बह गया मत्था टेक के। हुण वो बच्चों का ध्यान प्रशादे वाल है, उन्हों का कीर्तन कथा वाल नहीं, क्योंकि बच्चे तो बादशाही उम्र है। छोटी उम्रे मैले कुचले कपड़े ने, हथ पैर मिट्टी नाल भरे हुए ने, मामा तो बगैर बच्चे रुल जाते हैं, ये तुहानूं भी पता है। और साथ संगत माँ प्यो तो बगैर वो बच्चे कपड़े भी मैले ने, हथ पैर भी मिट्टी नाल भरे ने। एक जना अपने ताए की गोदी च बैठा है, एक नाल बैठा है, रो रहे ने ताया रोटी खानी, वो चुप कराउंदा है, वो चुप करदे नहीं। एकाग्र च संगत कीर्तन सुनती है। श्री गुरु हरराए साहब महाराज के कन्नां च आवाज़ पई, पातशाह ने अखां खोलियां ते नज़र जदों वेख्या ना तो इशारा करके कहा भाई अब बच्चे क्यों रोंदे ने। दो चार सिख उठ के गए, भाई चुप करा। तो धन गुरु हरराए साहब महाराज ने आवाज़ दे के कहा इन्हों अगे लैके आओ, बई क्यों रोंदे ने, किहदे बच्चे ने। काला चौधरी चुक के ले आया, अगे लिया के पातशाह नूं हाथ जोड़ के कहंदा महाराज ये मेरे भरा दे बच्चे ने, भरा ते भरजाई गुजर गए ने, बच्चे मैं पालदा। महाराज रोंदे इसलिए ने पेट तो भुखे ने, सवेर दे तुरे हुए आ, ये बच्चे पेट तो भुखे ने, प्रशादे लिए रो रहे, मैं इन्हों कह रहा भोग तो बाद प्रशादा मिलना है। श्री गुरु हरराए साहब महाराज दया दे घर विच आए। एक विद्वान कवि लिखता है इस दर आए ढिड बजाउंदे, पेट तो भुखे आए बन गए शाह सुल्ताना। अज गुरु हरराए साहब महाराज की नज़र हुई, पातशाह ने आवाज़ दे के कहा भाई प्रशादे का थाल लियाओ। सिखा ने परोस के लिया, क्योंकि रोज़ पहला गुरु वास्ते आउंदा है, फिर छेवें सतवें पातशाह प्रशादा छक के संगत नूं कहंदे ने हुण वरता दिओ। सिखां दे मन विच गुरु हरराए साहब महाराज भोग लाउणगे, फिर प्रशादा वरताउण लई कहणगे। जिहड़ा थाल गुरु ले परोस के लिआंदा, धन गुरु हरराए साहब महाराज ने वो थाल अपने कोल सामने रख लिया ते साध संगत दोवां बच्चिआं नूं कोल सद्दिया, एक नूं इधरली गोद बिठा लिया, एक नूं इधर। काले चौधरी दी अखां भर गईयां, वाह दातिया तू मैले कचहले लिबड़े कपड़े भी नहीं वेखे, तू बच्चिआं दे हालात भी नहीं वेखे, इदां तां महाराज कोई सका भी अपनी गोद च नहीं बिठाउंदा। महाराज लिबड़े बच्चे गोदी च बिठा ले। फिर पातशाह सामने वो थाल चों भोजन प्रशादे की ग्राही तोड़ते हैं, एक बुरकी दूजे बच्चे के मूँह च, एक दूजे बच्चे के मूँह च, रज के पातशाह ने प्रशादा छकाया। जदों वो बच्चे रज गए, फिर साहब ने पूछा बेटा रज गए हो, होर चाहिए? वो बच्चे रज के कहते ने रज गए। बेटा रज गए हो? क्या जी रज गए। ते धन गुरु हरराए साहब कहंदे लै काले चौधरी तेरे भतीजे रज गए ने, ये हुण रजा दिते ने, वक्त आएगा अज तो बाद रोटी प्रशादे ले रोणगे नहीं, वक्त आएगा लखां लोग इन्हां दे घरों रज के खाया करनगे। ये राजे बन गए, रज गए ने, रजे होए नूं राजा कहंदे ने, जा ये राजे बन गए, सैकड़े हज़ारां लखां लोग इन्हां दे घरों खाया करनगे। इन्नियां बख्शिशां गुरु ने कीतियां। पातशाह कहते कदे राजे बन गए, वो बहुत खुश होया। इन्ने नूं हजूर ने कहा भाई आनंद साहब पढ़ो। आनंद साहब दीयां पंक्तियां दे कन्नां विच पईयां, पूरा पाठ उन्हें सुनिया। समाप्ति हो गई, दोवां भतीजियां नूं लैके घर चला गया। जदों वो 2-2.5-3 मील तुर के अपने घर गया तो घर वाली पुछदी सैर करा ले आ भतीजियां नूं, किधर लैके गया सी? चौधरी ने कहा भगवान ने अज तो बाद इन्हां दी नरादरी ना करया कर, ये बच्चिआं नूं माड़ा ना कहा कर, इन्हां ते बख्शिशां हो गईयां गुरु हरराए साहब दियां, ये राजे बन गए, वड्डे होके नहीं राज करना, इन्हां ने राजे बनना। गुरु हरराए साहब दे दरबार चों लैके आए ते साध संगत
इतिहास कहंदा उहदे घर वाली गुस्से विच बोली, अज तो बाद मेरे कोल इन्हां दी रोटी नहीं है। क्यों? जां तां मेरे पुत्तां नूं भी राज दवाओ, नहीं तो मेरे पुत्त तां इन्हां दीयां दिहाड़ियां करनगे, मैं इन्हां नूं रोटी प्रशादा नहीं देना, जां फिर गुरु कोले लै जाओ जिन्नी राज दिता है। घर विच कलेश ना होवे। सियाणा बंदा सी काला चौधरी, उन्हें अदब नाल कहा, भगवान ने कलेश ना कर, मैं सुन के आया गुरु के दरबार विच, उस गुरु के घर विच किसी चीज़ का घाटा नहीं। अज तेरे भतीजियां नूं राज दवाया है, कल नूं तेरे पुत्तां नूं भी लै जांगा, इन्हां नूं भी राज दवा लांगा। मैं उत्थे सुन के आया, सच्चे साहिबा क्या नहीं घर तेरा, घर तां तेरा सब कुछ है, जिस देह सो पावे। फिर वो शांत हो गए, कहती जी कल नूं इन्हां नूं भी राज दवाओ। अपने दोवां पुत्तां नूं अगले सवेर उहदे घर वाली ने तैयार किया, ते नाल पुछया किन्नी क दूर है? वो कहंदा इत्थों 2 2.5 या 3 मील होना है। सवेरे साजरे रज के प्रशादा छकाता है, ते दोवां पुत्तां नूं नाल तोरता, नवे कपड़े पाते। जदों काला चौधरी लै गया ना तोर के, इदां ही 7वें पातशाह का अगले दिन दरबार सजा, सजे दरबार में आके नमस्कार की, बह गया बच्चों नूं लैके, कीर्तन चल रहा है। ना गुरु हरराए साहब महाराज ने नज़र भर के वेख्या, ना किसी होर ने, बैठा रहा। हुण दोवां पुत्तां नूं कहंदा माड़ा जिहा रोवो, क्यों रोणगे तो 7वें पातशाह पुछणगे, खबरिया किरपा हो जाए। कहना रोवो, वो कित्थे रोण, रज्जे थोड़ी रोंदे ने। 7वें पातशाह अंतर जामी, घट घट के अंतर की जानत, भले बुरे की पीर पछानत, घट घट के पट पट की जान। श्री गुरु हरराए साहब महाराज तख्त गद्दी तो जिवें कीर्तन समाप्त होया, हजूर मुस्कुरा के बोले, कहने काले चौधरी बई इन्हां नूं क्यों रवाउणा, भुखे तां रोंदे ने, रज्जे कित्थों रोंदे ने, इन्हां नूं घरों रजा के लिआया। तां हथ जोड़ के खलो गया, महाराज घर विच कलेश हुंदा है, मेरे घर वाली कहती है जां तां पुत्तां नूं भी राज दवाओ, नहीं तो भतीजियां वास्ते रोटी नहीं है। महाराज तुहाडे घर में सब कुछ है, हे गुरु हरराए साहब मेरे पुत्तां नूं भी राज दे दिओ। 7वें पातशाह ने कहा कल कल सी काले चौधरी, अज नहीं वो कुछ हो सकता। हाँ एक गल है, तेरे पुत्रां नूं राज नहीं दिता जा सकता, पर जा तेरे पुत्र राजियां दी तरह रज के रहणगे, इन्हां नूं रज्जे होए कह दिता है, रज के रहणगे, ये राज तो नहीं करनगे, रज के रहणगे, राजियां वांग जीवन गुजारनगे। काले चौधरी ने बख्शिशां कर दित्तियां। श्री गुरु हरराए साहब महाराज ने जदों काले चौधरी ते बख्शिशां कीतियां, रज के रहणगे, राजियां वांग रहणगे, राज नहीं करनगे। पर एक गल है, जिदण तेरे भतीजियां दे अधीन रहणगे, कदे राज भी भोगणगे। 7वें पातशाह ने बख्शिशां कर दित्तियां। काला चौधरी वापस आ गया। साध संगत कोई गुरु का बचन मन के सत वचन कह दे, जदों गुरु दियां बचन बख्शिशां फिर वधियां ने, चेते रखियो सदियां तक कम आउंदियां ने। अज गुरु हरराए साहब महाराज का दिता होया राज इतिहास कहंदा, बाद विच उन्हां दी कुल दे इक्को भतीजा फूल ते दूजा संदली, उन्हां नूं 90 पटियाले दियां रियासतां दा राज मिलिया। बाद विच उन्हां नूं लोक राजे महाराजे कहंदे। उन्हें बड़ा लंबा समा राज किया। बाद में जिन्हों अज पटियाला कहते, उन्होंने वंश का जथेदार वो साध संगत महाराजा अल्ला सिंह, वो नाम उत्ते फिर पटियाला वसे है। तो जेड़े काले चौधरी की औलाद ना, मालवे में जिन्ने वड्डे वड्डे बराड़ 500 1000 घोड़ा रखे, वड्डे वड्डे तवेलियां के मालक ने, 1500 किले के मालक ने, वड्डे वड्डे बराड़, वो काले चौधरी की अपनी अंशवंश। और साध संगत वो भी राजियां वांग रहिंदे ने, रजे हुए ने। इधर पटियाले नाभे वालियां नूं राजा कहिंदे ने, और उन्हां दा राज उदों ही नहीं कीता, अज तक भी लोग उन्हां नूं राजे कहिंदे ने। पंजाब दी मिनिस्ट्री च 10 साल महाराजा नरेंद्र सिंह नाभा मिनिस्टर रहे, और साध संगत किन्नी बार राजियां नूं पटियाले वालियां नूं राज मिले है। ये गुरु हरराए साहब महाराज का दिता बचन सदियां तक चलदा है। वो वखरी गल है, कोई याद ना रखे, पर गुरु का कीता बचन अगे सुख पाशा सुख सहजा, घर आनंद हमारे, सदियां तक गुरु का बचन सिख दे कम आउंदा है जे कोई कमाल है। तो जदों पटियाले नाभे वालियां दे अधीन रही उन्हां दी वंश, एक वक्त आया पंजाब दा चीफ मिनिस्टर राजा रहा सरदार हरचरण सिंह बराड़। जदों राज आउंदा है, ये गुरु का दिता बचन है नहीं वे अज है तो कल नहीं होएगा, ये सदियां तक रहिंदा है जे किसी ते बख्शिश हो जाए।
ਜਦੋਂ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਸੁਭਾਗ ਭਰੀ ਜੋੜੀ ਨੇ ਇੱਕ ਵਾਰ ਮੱਥਾ ਟੇਕਿਆ ਨਾ ਡਰੌਲੀ, ਤਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਨਜ਼ਰ ਪਈ ਤੇ ਪਾਤਸ਼ਾਹ ਨੇ ਕੀਰਤਨ ਸਮਾਪਤ ਹੋਇਆ, ਰੋਕ ਤੇ ਕੀਰਤਨੀਆਂ। ਤਾਂ ਫਿਰ ਪਾਤਸ਼ਾਹ ਨੇ ਉਹ ਬੱਚਿਆਂ ਵੱਲ ਵੇਖਿਆ, ਕਿਉਂ ਕੱਪੜਿਆਂ ਤੋਂ ਪਤਾ ਲੱਗ ਜਾਂਦਾ ਵੀ ਨਵਾਂ ਵਿਆਹ ਹੋਇਆ। ਉਹਦੇ ਵਰੀ ਦੇ ਕੱਪੜੇ ਦੱਸਦੇ ਸਨ, ਹੱਥਾਂ ਤੇ ਮਹਿੰਦੀ ਚੂੜਾ ਪਾਇਆ ਹੋਇਆ, ਵਰੀ ਦੇ ਕੱਪੜੇ ਪਹਿਨੇ ਹੋਏ ਨੇ, ਉਹ ਵਿਆਹ ਵਾਲਾ। ਤਾਂ ਪਾਤਸ਼ਾਹ ਨੇ ਦੋਵਾਂ ਬੱਚਿਆਂ ਨੂੰ ਵੇਖ ਕੇ ਕਿਹਾ, ਬੇਟਾ ਤੁਹਾਡਾ ਵਿਆਹ ਹੁਣੇ ਹੀ ਹੋਇਆ। ਉਦੋਂ ਬਰਾਤਾਂ ਰਾਤ ਨੂੰ ਜਾਂਦੀਆਂ ਸਨ, ਰਾਤਾਂ ਨੂੰ ਆਉਂਦੀਆਂ ਸਨ। ਅੱਧੀ ਰਾਤ ਤੋਂ ਬਰਾਤ ਤੁਰੀ, ਅੰਮ੍ਰਿਤ ਵੇਲੇ ਡਰੌਲੀ ਭਾਈ ਜਰਨੈਲੀ ਸੜਕ ਜਿਹੜੀ ਕਸੂਰ ਨੂੰ ਜਾਂਦੀ ਸੀ ਉੱਤੋਂ ਬਰਾਤ ਲੰਘ ਰਹੀ ਸੀ, ਬਰਾਤ ਰੁਕ ਗਈ। ਸੁਭਾਗ ਭਰੀ ਜੋੜੀ ਨੇ ਮੱਥਾ ਟੇਕਿਆ, ਭਾਈ ਸਾਧੂ ਤੇ ਉਹਦੇ ਘਰ ਵਾਲੀ। ਤੇ ਛੇਵੇਂ ਪਾਤਸ਼ਾਹ ਨੇ ਕਿਹਾ, ਬੇਟਾ ਤੁਹਾਡਾ ਵਿਆਹ ਅੱਜ ਹੀ ਹੋਇਆ? ਉਹਨੇ ਕਿਹਾ, ਹਾਂ ਮਹਾਰਾਜ, ਰਾਤੀ ਲਾਵਾਂ ਹੋਈਆਂ ਨੇ, ਬਰਾਤ ਮਾਲਵੇ ਜਾ ਰਹੀ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਬੇਟਾ ਮੰਗੋ ਕੀ ਚਾਹੀਦਾ। ਮੈਂ ਕਈ ਵਾਰ ਕਹਿੰਦਾ ਹੁੰਦਾ, ਤੁਹਾਡੇ ਵੀ ਜ਼ਿੰਦਗੀ ਸ਼ਾਇਦ ਆ ਗੱਲ ਕੰਮ ਆਵੇ। ਦੇਖੋ, ਬੱਚੇ ਬੱਚੀ ਦਾ ਵਿਆਹ ਕਰਨਾ ਹੋਵੇ ਨਾ, 6-6 ਮਹੀਨੇ ਤੁਸੀਂ ਤਿਆਰੀ ਕਰਦੇ ਹੋ, ਪੈਲਸ ਬੁੱਕ ਕਰਦੇ ਹੋ, ਕਾਰਡ ਛਪਾਉਂਦੇ ਹੋ, ਵਰੀ ਖਰੀਦਦੇ ਹੋ, 5-5 ਮਹੀਨੇ ਤਿਆਰੀ। ਕਾਹਦੇ ਵਾਸਤੇ? ਇੱਕ ਆਨੰਦ ਕਾਰਜ ਵਾਸਤੇ ਇੰਨੇ ਮਹੀਨੇ ਤਿਆਰੀ। ਤੇ ਜਦੋਂ ਆਉਂਦਾ ਆਨੰਦ ਕਾਰਜ, ਡੀਜੇ ਤਾਂ ਚੱਲਣਗੇ 10-12 ਵਜੇ ਤੱਕ, ਬਰਾਤਾਂ ਤਿਉਹਾਰ ਹੁੰਦੀਆਂ 11-12-1 ਦੁਪਹਿਰ ਵਜਾ ਦੇਣੀਆਂ। ਤੇ ਜਦੋਂ ਪਹੁੰਚਦੇ ਗੁਰਦੁਆਰੇ ਆਨੰਦ ਕਾਰਜ ਵਾਸਤੇ, ਪਹਿਲੀ ਗੱਲ ਤਾਂ ਸਾਰੇ ਖਾਣ ਵਾਸਤੇ ਪੈਲਸਾਂ 'ਚ ਵੜ ਜਾਣਗੇ, ਦੋਵਾਂ ਧਿਰਾਂ ਦੇ 5-5 10-10 ਬੰਦੇ। ਤੇ ਗੁਰਦੁਆਰੇ ਜਾਂਦਿਆਂ ਹੀ ਕਹਿਣਗੇ, ਭਾਈ ਸਾਹਿਬ ਜੀ ਲੇਟ ਬਹੁਤ ਹੋ ਗਏ, ਛੇਤੀ ਕਰ ਦਿਓ। ਹੱਦ ਹੋ ਗਈ ਗੱਲ ਵਾਲੀ, ਵੀ ਰਾਤ ਲੇਟ ਨਹੀਂ ਹੋਏ ਜਿਹੜਾ ਡੀਜੇ ਚੱਲੇ, ਜਿਹੜਾ ਬਾਹਰ ਆਤਿਸ਼ਬਾਜ਼ੀਆਂ ਚਲਾਉਂਦੇ ਰਹੇ ਪੈਲਸ ਦੇ ਅੱਧਾ ਘੰਟਾ, ਉਦੋਂ ਲੇਟ ਨਹੀਂ ਹੋਏ। ਹੁਣ ਤੁਸੀਂ ਗੁਰਦੁਆਰੇ ਲੇਟ, ਭਾਈ ਸਾਹਿਬ ਛੇਤੀ ਕਰ ਦਿਓ। ਉਹ ਵੀ ਸਵੇਰ ਦੇ ਦੇਗ ਬਣਾ ਕੇ ਬੈਠੇ ਹੁੰਦੇ ਨੇ, ਉਹ ਕਹਿੰਦੇ ਕੋਈ ਗੱਲ ਨਹੀਂ, ਲਿਆਓ ਛੇਤੀ, 20-25 ਮਿੰਟ 'ਚ ਲਾਵਾਂ ਪੜੀਆਂ, ਜਾਓ ਜੀ। ਮਾਫ ਕਰਿਓ, ਆਨੰਦ ਕਾਰਜ ਇੱਕ ਮਰਿਆਦਾ ਹੈ, ਜਿਹਦੇ ਲਈ 6 ਮਹੀਨੇ ਤਿਆਰੀ ਕੀਤੀ ਹੈ। ਘੱਟੋ ਘੱਟ ਤੁਹਾਨੂੰ ਘੰਟਾ 1.5 ਘੰਟਾ ਗੁਰੂ ਕੋਲ ਆ ਕੇ ਬਹਿਣਾ ਚਾਹੀਦਾ ਹੈ। ਮਰਿਆਦਾ ਕੀਰਤਨ ਸੁਣੋ, ਕਥਾ ਸੁਣੋ, ਲਾਵਾਂ ਦੀ ਵਿਚਾਰ ਪਤਾ ਲੱਗੇ, ਸੁਭਾਗ ਭਰੀ ਜੋੜੀ ਦੀ ਭਾਵਨਾ ਬਣੇ। ਇਹ ਇਤਿਹਾਸ ਦੀ ਕਥਾ ਹੈ। 2 ਦਿਨ ਸਿੱਖ ਦੀ ਜ਼ਿੰਦਗੀ ਦੇ ਐਸੇ ਨੇ ਜਿੱਦਣ ਅਨਕੰਡੀਸ਼ਨਲ ਗੁਰੂ ਦਿੰਦਾ ਜੋ ਮੰਗੋਗੇ। ਉਹ ਪਤਾ ਕੀ ਹੈ? ਇੱਕ ਵਿਆਹ ਵਾਲਾ ਦਿਨ ਸੁਭਾਗ ਭਰੀ ਜੋੜੀ ਲਈ, ਇੱਕ ਜਿੱਦਣ ਕਿਸੇ ਤੇ ਗੁਰੂ ਦੀ ਨਜ਼ਰ ਹੋਵੇ, ਅੰਮ੍ਰਿਤ ਦੀ ਦਾਤ ਮਿਲਦੀ ਹੈ। ਉਦਣ ਜੋ ਮਨ 'ਚ ਮੰਗ ਲਓ ਉਹ ਗੁਰੂ ਨੂੰ ਦੇਣਾ ਪੈਂਦਾ। ਅਨਕੰਡੀਸ਼ਨਲ ਗੁਰੂ ਦਿੰਦਾ। ਅੱਜ ਨਹੀਂ ਕੋਈ ਸ਼ਰਤ ਇੰਨੇ ਪਾਠ ਕਰ, ਅੱਜ ਨਹੀਂ ਕੋਈ ਸ਼ਰਤ ਕਿ ਸੇਵਾ ਕਰ, ਅੱਜ ਨਹੀਂ ਗੁਰੂ ਕਹੇਗਾ ਕਿ ਸੇਵਾ ਥੋੜੀ ਮੰਗਣ ਬਹੁਤਾ। ਅੱਜ ਉਹ ਦਿਨ ਹੈ ਜਿੱਦਣ ਧੀ ਲਾੜ ਨਾਲ ਪਿਓ ਕੋਲੋਂ ਵਿਆਹ ਤੇ ਜੋ ਮੰਗ ਲੈ ਪਿਓ ਔਖਾ ਹੋ ਕੇ ਵੀ ਦਿੰਦਾ। ਸਾਧ ਸੰਗਤ ਵਿਆਹ ਵਾਲੇ ਦਿਨ ਆਨੰਦ ਕਾਰਜ ਤੇ ਸੁਭਾਗ ਭਰੀ ਜੋੜੀ ਜੋ ਮਨ 'ਚ ਧਾਰ ਲੈ, ਮੇਰੇ ਗੁਰੂ ਨੂੰ ਦੇਣਾ ਪੈਂਦਾ, ਪਰ ਵਿਸ਼ਵਾਸ ਹੋਵੇ। ਜਦੋਂ ਮਹਾਰਾਜ ਨੇ ਉਹਨਾਂ ਨੂੰ ਪੁੱਛਿਆ ਨਾ, ਬੇਟਾ ਅੱਜ ਤੁਹਾਡਾ ਵਿਆਹ ਹੋਇਆ, ਬਹੁਤ ਵਧਾਈ ਹੈ, ਬੇਟਾ ਮੰਗੋ ਕੀ ਚਾਹੀਦਾ? ਤੇ ਭਾਈ ਸਾਧੂ ਤੋਂ ਪਹਿਲਾਂ ਉਹਦੇ ਘਰ ਵਾਲੀ ਨੇ ਹੱਥ ਜੋੜ ਕੇ ਕਿਹਾ, ਸਤਿਗੁਰੂ ਕੁਝ ਨਹੀਂ ਚਾਹੀਦਾ, ਇੱਕ ਕਿਰਪਾ ਕਰ ਦਿਓ, ਸਾਨੂੰ ਸਿੱਖੀ ਬਖਸ਼ ਦਿਓ। ਮਹਾਰਾਜ ਮੇਰੀ ਕੁੱਲ ਵਿੱਚ ਸਿੱਖੀ ਬਖਸ਼ ਦਿਓ, ਪਾਤਸ਼ਾਹ ਸਿੱਖੀ ਬਖਸ਼ ਦਿਓ। ਤੇ ਮੈਂ ਤੁਹਾਨੂੰ ਵੀ ਬੇਨਤੀ ਕਰਾਂ, ਪੈਸਾ ਤੁਹਾਡੇ ਭਾਗਾਂ 'ਚ ਲਿਖਿਆ ਨਾ, ਤੁਹਾਨੂੰ ਮਿਲ ਜਾਣਾ। ਵਿਦੇਸ਼ ਯਾਤਰਾ ਤੁਹਾਡੇ ਭਾਗਾਂ 'ਚ ਲਿਖੀ ਹੈ। ਮੇਰੀ ਕਥਾ ਤਾਂ ਸਿੱਧੀ ਹੁੰਦੀ ਪਿੰਡਾਂ ਵਾਲੀ, ਤੁਹਾਡੇ ਭਾਗਾਂ 'ਚ ਵਿਦੇਸ਼ ਯਾਤਰਾ ਲਿਖੀ ਹੈ। ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਤੁਹਾਨੂੰ ਜਹਾਜ਼ ਚੜ੍ਹਨ ਤੋਂ। ਪਰ ਜਦੋਂ ਸਿੱਖੀ ਦੀ ਗੱਲ ਆਏਗੀ, ਨਾਮ ਦੀ ਗੱਲ ਆਏਗੀ, ਉਦੋਂ ਦੋਵੇਂ ਚੀਜ਼ਾਂ ਤੁਹਾਨੂੰ ਗੁਰੂ ਕੋਲੋਂ ਮੰਗਣੀਆਂ ਪੈਣੀਆਂ, ਮਿਲਣੀਆਂ ਨਹੀਂ। ਮੰਗਣੀਆਂ ਪੈਣੀਆਂ, ਇਹ ਲਿਖੀਆਂ ਨਹੀਂ ਹੋਈਆਂ। ਤਾਈਓ ਅਰਦਾਸ ਵਿੱਚ ਪਹਿਰਾ ਸ਼ਾਮਲ ਕੀਤਾ ਗਿਆ। ਸਿੱਖਾ ਅਰਦਾਸ ਵਿੱਚ ਚਿੱਤ ਜੋੜ ਕੇ ਆ ਜ਼ਰੂਰ ਮੰਗੀ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ ਮੰਗਣਾ ਪੈਣਾ। ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਤੇ 7ਵੇਂ ਨੰਬਰ ਤੇ ਦਾਨਾ ਸਰਦਾਨ, ਨਾਮ ਦਾਨ। ਇਹ ਮੰਗਣਾ ਪੈਣਾ। ਵਿਦੇਸ਼ ਯਾਤਰਾ ਜੇ ਲਿਖਿਓ ਤੇ ਮਿਲ ਹੀ ਜਾਣੀ ਹੈ, ਉਹਨੂੰ ਕੋਈ ਰੋਕ ਹੀ ਨਹੀਂ ਸਕਦਾ। ਅੱਜ ਜਦੋਂ ਬੀਬੀ ਨੇ ਕਿਹਾ ਜੀ ਸਿੱਖੀ ਬਖਸ਼ ਦਿਓ, 6ਵੇਂ ਪਾਤਸ਼ਾਹ ਨੇ ਖੁਸ਼ ਹੋ ਕੇ ਕਿਹਾ, ਬੇਟਾ ਸਿੱਖੀ ਤਾਂ ਤੇਰੀ ਕੁੱਲ ਵਿੱਚ ਚਾਂਦੀ ਦੀ ਤਰ੍ਹਾਂ ਚਮਕੇਗੀ। ਉਦੋਂ ਚਾਂਦੀ ਨੂੰ ਲੋਕ ਪ੍ਰੈਫਰੈਂਸ ਦਿੰਦੇ ਸਨ, ਸੋਨਾ ਨਹੀਂ ਸੀ ਹੁੰਦਾ, ਗਹਿਣੇ ਚਾਂਦੀ ਦੇ ਹੁੰਦੇ ਸੀ। ਸਿੱਖੀ ਤਾਂ ਤੇਰੀ ਕੁੱਲ ਵਿੱਚ ਚਾਂਦੀ ਦੀ ਤਰ੍ਹਾਂ ਚਮਕੇਗੀ। ਪਾਤਸ਼ਾਹ ਤੋਂ ਬਖਸ਼ਿਸ਼ਾਂ ਲੈ ਕੇ ਚਲੇ ਗਏ। 1 ਸਾਲ ਬਾਅਦ ਗੁਰੂ ਦੀ ਨਜ਼ਰ ਹੋਈ, ਕਿਰਪਾ ਬਖਸ਼ਿਸ਼ ਹੋ ਗਈ, ਉਹਨਾਂ ਦੇ ਬੇਟਾ ਹੋਇਆ। ਪੁੱਤਰ ਨੂੰ ਲੈ ਕੇ ਨਾਮ ਰਖਾਉਣ ਆਏ 6ਵੇਂ ਪਾਤਸ਼ਾਹ ਕੋ।
कहते महाराज तुहाडी किरपा हो गई, तुसीं दात बख्शी है भुजंगी दी, बेटा बख्श नाम रख दिओ। छेवें पातशाह कहते बेटा वो तो उदणे रख दिता सी जिदन तुहाडा विआह होया सी, बेटा नाम तो उस दिन रख दिता सी। महाराज उस दिन कदों? साहब कहते जदों कहा सी सिक्खी चांदी की तरह चमकेगी, तुहाडे बेटे का नाम उदणे रख दिता सी, जाओ इहदा नाम रख लो भाई रूपा। रूपे का अर्थ भी चांदी, चांदी की तरह सिक्खी चमकेगी। भाई रूपा रखिया नाम। अज तुसीं मोगा टप के मालवे विच जाओगे तो याद रखो 1 2 4 नहीं 20 तो वध पिंड तुहानूं भाई रूपे की अंश वंश सिक्खी नाम नज़र आएगा। जदों मालवे विच बढ़ोगे अनेकां ही पिंड, रूपा भाई, ठट्ठी भाई, समाध भाई, बवीहा भाई, भगता भाई, तलवंडी भाई, जिन्ने पिंड मिलणगे ये सारे गुरु हरगोबिंद साहब महाराज की नज़र भाई रूपे की अंश वंश राज बसदा सदियां तक। इसलिए साध संगत जदों गुरु कोल आउणा उदों सिक्खी जरूर मंगिया करो। इस स्थान ते तुसीं जुड़े हो। सतवें पातशाह जे नज़र करके किसी पेट तो भुखिया नूं राज दे सकते ने ते साध संगत होर कुछ क्यों नहीं दे सकते? आपां मंगण विच ही साडे कमी है, गुरु दे देण च कोई कमी नहीं। गुरु ने तो लिख के देता जो मंगे ठाकुर अपने ते सोई सोई देवै। नानक दास मुख ते जो बोले इहां उहां सच होवे। समा समाप्त है। 2 मिनट एक गल होर ध्यान नाल सुनियो। बीबीओ तुहानूं एक बेनती है भैणां नूं, मैं प्रचारक होण दे नाते ये मेरी ड्यूटी है, क्योंकि साध संगत कोई भी कारज करना होवे उहदे वास्ते तुसीं वो राह पुछदे हो वे किवें। इत्थे आउणा सी असी पहला रस्ता पुछीदा किहड़े रस्ते आईए, मंजिल ते तां ही पहुँचोगे ना, राह पुछना पैंदा है। इदां भाई हर एक बंदा सुख चाहुंदा है, मेरे घर च सुख आवे, सुख आवे, नहीं मिलता फिर वो भटकदा है, जिथे उन्होंने कोई दस दे उधर जांदा है। तुहानूं मैं हथ जोड़ के बेनती करा, सुखां दा राह गुरु ने दस्सिया होया है, किसे तो पुछण दी लोड़ नहीं। बंदे तो पुछोगे तुहानूं गलत रस्ते पा सकदा है। गुरु ने राह दिता है, सिमरो सिमर सिमर सुख पावो, कल कलेश तन माहे मिटावो। आप सिमरना पैना है। देखो बच्चा 10th कर जाए ना, जब +2 वाल जाता है 11th करके, तो उदों तो पेरेंट्स बच्चे होर पुछण लग पैंदे ने वे मैं हुण 10th तो बाद +1 विच की रखां, क्यों किहड़े सबजैक्ट रखां। जिहड़े सबजैक्ट रखने ने उही अगे कोर्स मिलने ने। बच्चा उदों नॉलेज लैंदा है। हुण तुसीं गुरु कोल आए हो खाली मत्था टेकण वास्ते नहीं, इत्थों कोई सीखण वास्ते। राह पुछिए पातशाह सुखां दा राह किहड़ा है, ते सतगुरु राह दसदे ने सिमर लिया कर, तैनूं सुखां दा राह खुल जाना है। ते तुहानूं भैणों बेनती है, बड़ी सौखी भगती है। वो पता कि जदों सवेरे उठो ना नींद चों जाग खुले, तुहाडे घर में सब तो पवित्र जगह किचन है, रसोई। हुण उहनूं किचन कहण लग पिया, कदे पाकशाल कहिंदे सी। भाई गुरदास साहब लिखदे पाकशाल, जैसे एक घड़ी पाकशाला बैठ रसोई। जदों किचन रसोई पाकशाल रसोई में जाओ पवित्र जगह, हथ मुँह धो के जाते हो, गंदे हथ गंदे जोड़े लैके नहीं जाईदा। सवेरे उठदे सार जदों चाह कॉफी बनाओ, एक कम कर लिया करो, गैस बालन लग्या भैणों जरूर कह दिया करो सतनाम श्री। पानी रखिया फ्राई व्हील च, एक बार फिर कहता सतनाम श्री, 2 बार हो गया। फिर कोई खंड पत्ती का पाउंदा ही हो विच, वो पाओगे चाह विच, नाले कहता सतनाम श्री वाहिगुरु। फिर दुध पाओगे 4 नंबर ते, फिर कहता सतनाम श्री वाहिगुरु। ते कप्पां विच पुन्न लगे एक बार फिर कह दिया करो सतनाम श्री वाहिगुरु। मेरा विश्वास है 5-6 बार 10 बार वाहिगुरु कह के चाह बना के बच्चों परिवार नूं पिलाओ। 1 महीने बाद वेखियो थोड़े दिनां च ही ना तुहाडे घर दे मैंबरां ने पीण लग्गियां भी कहण लग पैना सतनाम श्री। क्यों भाई तुसी जाग लाता है, इनू कहते जाग। 2 चमचे दही दे 3-4 किलो दुध च पा दिओ, थोड़े घंटियां बाद सवेरे वेखदे हो ना वो दुध भी दही बन जाता है। काहदे नाल? दही ने दुध नूं भी दही बना लिया। तुहाडा जपिया होया 5-10 बार चाह भोजन बनाउंदिआं वाहिगुरु शब्द
ਤੁਹਾਡੇ ਘਰ ਦੇ ਅੰਦਰ ਐਸਾ ਸਕੂਨ ਪੈਦਾ ਕਰੇਗਾ, ਹਰ ਇੱਕ ਬੰਦਾ ਵਾਹਿਗੁਰੂ ਕਹੇਗਾ, ਆਪੇ ਹੀ ਸਹਿ ਸਕੂਨ, ਕਿਤੇੋਂ ਲੱਭਣ ਦੀ ਲੋੜ ਨਹੀਂ ਪੈਣੀ। ਤੁਹਾਡੇ ਘਰ ਵਿੱਚ ਹੀ ਹੈ ਸਭ ਕੁਝ ਘਰ ਮੈਂ ਬਾਹਰ ਨਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਭਾਈ ਨਾਮ ਜਪਣਾ ਸ਼ੁਰੂ ਕਰ ਦਿਓ, ਇੰਨੇ ਕੰਮ ਵਾਲੀ ਗੱਲ ਬਣ ਜਾਣੀ। ਸਮਝ ਆ ਗਈ ਸਿੱਧੀ ਗੱਲ? ਕਰ ਲੋਗੇ ਭੈਣੋ, ਇੰਨਾ ਕਰ ਲੋਗੇ ਵੀ? ਹੱਥ ਖੜੇ ਕਰਕੇ ਜਰਾ ਛੱਡਿਓ ਜਕਾਰਾ। ਵਾਹ ਵਾਹ, ਬਹੁਤ ਤੁਹਾਡਾ ਧੰਨਵਾਦ। ਇੰਨਾ ਕਿ ਨਾਮ ਜਪ ਲਓ, ਇਹਨਾਂ ਨਾਲ ਹੀ ਬੜੀ ਕਿਰਪਾ ਹੋ ਜਾਣੀ। ਕਿਸੇ ਤੋਂ ਪੁੱਛਣ ਦੱਸਣ ਦੀ ਲੋੜ ਨਹੀਂ ਹੈ। ਸਤਿਗੁਰੂ ਕਿਰਪਾ ਨਜ਼ਰ ਕਰਨ। ਤੇ ਕਈ ਵਾਰ ਨਾ ਮਾਫ ਕਰਿਓ, ਮੈਨ ਸਾਹਿਬ ਬੈਠੇ ਨੇ ਟੋੜਾ ਸਾਹਿਬ, ਸਾਨੂੰ ਫਿਰ ਜਦੋਂ ਕਥਾ ਕਰਕੇ ਨਿਕਲੀ ਦਾ ਨਾ, ਕਈ ਬੀਬੀਆਂ ਕਹਿੰਦੀਆਂ ਭਾਈ ਸਾਹਿਬ ਬੀਬੀਆਂ ਨੂੰ ਬੜੀ ਬੇਨਤੀ ਕਰਦੇ ਸਾਰੀ ਕਥਾ 'ਚ, ਕਦੇ ਬੀਬਿਆਂ ਨੂੰ ਵੀ ਬੇਨਤੀ ਕਰ ਦਿਆ ਕਰੋ। ਉਹ ਬੀਬਿਆਂ ਨੂੰ ਤਾਂ ਫਿਰ ਕੋਈ ਬੇਨਤੀ ਹੈ ਭਾਈ, ਜਿਨ੍ਹਾਂ ਦੇ ਘਰ ਵਿੱਚ ਸ਼ਕਤੀ ਵਾਟਰ ਆਉਂਦਾ ਨਾ, ਸ਼ਕਤੀ ਵਾਟਰ ਸਮਝਦੇ ਹੋ, ਜਿਹਨੂੰ ਪੀ ਕੇ ਬੰਦਾ ਕਹਿੰਦਾ ਏਅਰਪੋਰਟ ਵਾਲੀ ਆ ਜ਼ਮੀਨ ਖਰੀਦ ਹੀ ਲੈਣੀ ਹੈ, ਬਸ ਖਰੀਦਣ ਵਾਲੇ ਹੀ ਆ। ਸਵੇਰੇ ਪਤਾ ਹੁੰਦਾ ਪੈਟਰੋਲ ਦੇ ਪੈਸੇ ਵੀ ਘਰ ਵਾਲੀ ਤੋਂ ਮੰਗਦਾ। ਉਹ ਬੰਦ ਕਰ ਦਿਓ। ਅੱਜ ਤੁਸੀਂ ਘਰ ਵਿੱਚ ਬਾੜਦੇ ਹੋ, ਲੁਕੋ ਕੇ ਰੱਖਦੇ ਹੋ, ਕੱਲ ਨੂੰ ਜਿੱਦਣ ਕੋਈ ਔਲਾਦ ਤੁਹਾਡੇ ਬੱਚੇ ਪੀਣ ਲੱਗ ਪਏ, ਮਾਫ ਕਰਿਓ ਕੰਧਾਂ 'ਚ ਸਿਰ ਮਾਰੋਗੇ। ਇੱਕ ਤੇ ਹੈ ਹੀ ਰੱਬ ਵੱਲੋਂ ਇੱਕ ਹੈ, ਜੇ ਨਸ਼ਿਆਂ ਤੇ ਲੱਗ ਜਾਓ ਉਹਦੀ ਜ਼ਿੰਦਗੀ ਨਹੀਂ ਰਹਿੰਦੀ ਕੋਈ। ਤੁਹਾਨੂੰ ਹੱਥ ਜੋੜ ਬੇਨਤੀ ਹੈ, ਜ਼ਹਿਰ ਤੋਂ ਬਚ ਜਾਓ। ਮੈਂ ਨਹੀਂ ਕਹਿ ਰਿਹਾ, ਗੁਰੂ ਨੇ ਲਿਖ ਕੇ ਦਿੱਤਾ, ਕਬੀਰ ਭੰਗ ਮਾਛਲੀ ਸੁਰਾਪਾਨ, ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤ ਨੇਮ ਕੀਏ, ਤੇ ਸਭੇ ਰਸਾਤਲ ਜਾਹੇ। ਇਹ ਜ਼ਿੰਦਗੀ ਸਵਰਗ ਵਰਗੀ ਮਿਲੀ ਹੈ, ਇਹਨੂੰ ਜੀਓ। ਬਹੁਤਾ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਾ ਕਰੋ, ਆਪਾਂ ਗੁਰੂ ਨੂੰ ਖੁਸ਼ ਕਰ ਲਈਏ, ਫਿਰ ਸਭ ਕੁਝ ਮਿਲ ਜਾਣਾ। ਇੱਕ ਵਾਰ ਸਾਰੇ ਪਿਆਰ ਨਾਲ ਪੜੋ ਗੁਰੂ ਦੇ ਪਿਆਰ ਵਿੱਚ। ਸਤਿਗੁਰ ਕੈ ਬਲਿਹਾਰੇ ਆਪਣੇ, ਸਤਿਗੁਰ ਕੈ ਬਲਿਹਾਰੇ, ਸਤਿਗੁਰ ਕੈ ਬਲਿਹਾਰੇ ਆਪਣੇ, ਸਤਿਗੁਰ ਕੈ ਬਲਿਹਾਰੇ, ਸਤਿਗੁਰ ਸਤਿਗੁਰ ਕੈ ਬਲ, ਸਤਿਗੁਰ ਕੈ ਬਲ, ਧੰਨ ਗੁਰੂ ਹਰਿ ਰਾਏ ਸਾਹਿਬ ਜੀ, ਧੰਨ ਗੁਰੂ ਹਰਿ ਰਾਏ ਸਾਹਿਬ ਜੀ, ਧੰਨ ਗੁਰੂ ਹਰਿ, ਧੰਨ ਗੁਰੂ ਹਰਿ ਰਾਏ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਵਾਹ ਵਾਹ। ਸਤਿਗੁਰ ਕੈ ਬਲਿਹਾਰੇ ਆਪਣੇ, ਸਤਿਗੁਰ ਕੈ ਬਲਿਹਾਰੇ, ਸਤਿਗੁਰ ਕੈ ਬਲਿਹਾਰੇ ਆਪਣੇ, ਸਤਿਗੁਰ ਕੈ ਬਲਿਹਾਰੇ, ਸਤਿਗੁਰ ਕੈ, ਸਤਿਗੁਰ ਗੱਜ ਕੇ, ਸਤਿਗੁਰ ਕੈ ਬਲਿਹਾਰੇ, ਸਤਿਗੁਰ ਕੈ ਬਲਿਹਾਰੇ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ। ਇੱਦਾਂ ਅੱਧਾ ਅੱਧਾ ਨਹੀਂ ਗੱਲ ਬਣਦੀ, ਭੁਲੇਖੇ 'ਚ ਫਿਰ ਜਾਂ ਤਾਂ ਇਕੱਠੇ ਹੀ ਸਾਰਾ ਛੱਡ ਦਿਓ ਇੱਕ ਵਾਰ ਤਗੜੇ ਹੋ ਕੇ। ਸਤਿਗੁਰੂ ਕਿਰਪਾ ਕਰਨ, ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਅਸੀਸ ਦਿਓ ਸਾਧ ਸੰਗਤ। ਅਸੀਂ ਇਕੱਲੇ ਕਹਿਣ ਜੋਗੇ ਨਾ ਰਹਿ ਜਾਈਏ। ਆਪ ਸੰਗਤ ਦੀ ਚਰਨ ਧੂੜ ਨਾਲ ਸਾਡਾ ਵੀ ਜੀਵਨ ਜਨਮ ਸਫਲ ਹੋਵੇ। ਨਾਮ ਜ਼ਰੂਰ ਜਪੋ, ਆਪਣੇ ਬੱਚਿਆਂ ਨੂੰ ਬਾਣੀ ਜ਼ਰੂਰ ਪੜ੍ਹਾਓ। ਇਹ ਕਲਯੁਗ ਹੈ ਭਾਈ, ਇੱਥੇ ਉਹਨੇ ਹੀ ਬਚਣਾ ਪਰਿਵਾਰ ਨੇ ਜਿਹੜਾ ਬਾਣੀ ਪੜ੍ਹੇਗਾ। ਬਾਣੀ ਨਾਲ ਜੁੜ ਜਾਓ, ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਬਾਣੀ ਨਾਲ ਜੁੜੋ, ਵੱਧ ਤੋਂ ਵੱਧ ਨੇਮ ਕਰੋ। ਸਭ ਸੰਗਤਾਂ ਦਾ ਧੰਨਵਾਦ।
गुरु रामदास महाराज जी के प्यारे कीर्तनीय भाई साहब भाई दविंदर सिंह जी हजूरी रागी सचखंड श्री दरबार साहब वो पहुँच गए ने। समूह संगतां दा प्रबंधकां दा बहुत धन्नवाद, मैनेजर साहब का समुचे प्रबंधकां दा हार्दिक तौर पर धन्नवाद। कोटान कोट शुक्र गुरु ग्रंथ साहब महाराज जियां दा। अगला प्रोग्राम सरवण करो, गज के फतेह बुलाओ। वाहिगुरु जी का खालसा, वाहिगुरु जी की फतेह।